ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ। ਤਿਸ ਗੁਰ ਕੀ ਸਭ ਪਗੀ ਪਵੋ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਜਿਹ ਬਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੈ ਭਾਗ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੈ ਭਾਗ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਕਲਯੁਗ ਕੇ ਬੋਹਿਥ ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਾਵਨ ਹੋ ਰਹੀ ਸਿਫਤ ਸਲਾਹ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ। ਆਪ ਹੀ ਉਦਮ ਬਖਸ਼ਿਸ਼ ਕੀਤੇ। ਉਹਨਾਂ ਬਖਸ਼ੇ ਹੋਏ ਉਦਮਾਂ ਸਦਕਾ ਹੀ ਇਸ ਕਾਬਲ ਹੋ ਸਕੇ ਹਾਂ ਕਿ ਸਤਿਗੁਰਾਂ ਦੀ ਇਸ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਹਾਂ। ਆਓ ਸਾਧ ਸੰਗਤ, ਜਿੱਥੇ ਕੀਰਤਨ ਦੇ ਵਿੱਚ ਬੜੇ ਪਿਆਰ ਦੇ ਨਾਲ ਹਾਜ਼ਰੀ ਲਵਾਈ ਹੈ, ਉੱਥੇ ਜੋ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਅੱਜ ਦਾ ਪਾਵਨ ਸਲੋਕ ਹੈ, ਜਿਹ ਬਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੈ ਭਾਗ। ਇਹ 17ਵਾਂ ਸਲੋਕ ਹੈ, 17th ਸਲੋਕ ਹੈ। ਸਤਿਗੁਰੂ ਜੀ ਇਹਨਾਂ ਪਾਵਨ ਬਚਨਾਂ ਦੇ ਵਿੱਚ ਕੀ ਸਮਝਾਉਂਦੇ ਪਏ ਨੇ? ਸਾਹਿਬ ਜੀ ਕਹਿੰਦੇ ਅਸਲ 'ਚ ਉਹ ਇਨਸਾਨ ਵਡਭਾਗਾ ਹੈ ਜਿਸ ਨੇ ਵਿਖਿਆ ਦਾ ਤਿਆਗ ਕਰ ਦਿੱਤਾ। ਵਿਖਿਆ ਕਹਿ ਲਈਏ ਜ਼ਹਿਰ, ਪੋਇਜ਼ਨ, ਤੇ ਜ਼ਹਿਰ ਸਤਿਗੁਰਾਂ ਨੇ ਮਾਇਆ ਨੂੰ ਕਿਹਾ ਹੈ, ਪਦਾਰਥਾਂ ਨੂੰ ਕਿਹਾ ਹੈ ਬਾਣੀ ਦੇ ਵਿੱਚ। ਜਿਸ ਨੇ ਇਹਨਾਂ ਦਾ ਤਿਆਗ ਕਰ ਦਿੱਤਾ ਤੇ ਬੈਰਾਗ ਧਾਰਨ ਕਰ ਲਿਆ, ਉਹ ਇਨਸਾਨ ਸਤਿਗੁਰੂ ਜੀ ਕਹਿੰਦੇ ਵਡਭਾਗਾ ਹੈ। ਹੁਣ ਬੈਰਾਗ ਧਾਰਨਾ ਕੀ ਹੈ? ਲਿਓ ਭੇਖ ਬੈਰਾਗ ਕੀ ਹੈ?
ਕੀ ਸਮਝਾ ਰਹੇ ਨੇ ਸਤਿਗੁਰੂ ਜੀ ਇਸ ਪਾਵਨ ਸ਼ਲੋਕ ਦੇ ਵਿੱਚ? ਇਹ ਵਿਚਾਰ ਆਪ ਸਰਬੱਤ ਸੰਗਤ ਨਾਲ ਆਪ ਜੀ ਦੀ ਹੀ ਅਸੀਸ ਦੇ ਨਾਲ ਸਾਂਝੀ ਕਰਨੀ ਹੈ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਸਾਰੇ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਸੀਸ ਝੁਕਾਉਂਦਿਆਂ ਹੋਇਆਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕਹਿੰਦੇ ਲਿਓ ਭੇਖ ਬੈਰਾਗ। ਸਾਧ ਸੰਗਤ ਜਿਹੜਾ ਲਫ਼ਜ਼ ਹੈ ਨਾ ਭੇਖ, ਵਰਡ ਜਿਹੜਾ ਹੈ ਭੇਖ, ਭੇਖ ਦਾ ਮਤਲਬ ਹੁੰਦਾ ਹੈ ਪਹਿਰਾਵਾ, ਕਾਸਟਿਊਮ। ਜਦੋਂ ਤੋਂ ਸੰਸਾਰ ਬਣਿਆ ਹੈ, ਜੇਕਰ ਮਨੁੱਖ ਦੀ ਹਿਸਟਰੀ ਨੂੰ ਆਪਾਂ ਪੜ੍ਹ ਕੇ ਦੇਖੀਏ, ਇਸ ਧਰਤੀ ਦੇ ਉੱਤੇ ਜਦੋਂ ਇਨਸਾਨ ਨੇ ਰਹਿਣਾ ਸ਼ੁਰੂ ਕੀਤਾ, ਉਸ ਟਾਈਮ ਤੇ ਇਸ ਨੂੰ ਸਮਝ ਕੋਈ ਨਹੀਂ ਸੀ। ਤੇ ਸਾਰਿਆਂ ਨੂੰ ਪਤਾ ਹੈ ਕਿ ਉਹ ਜਿਹੜਾ ਇਨਸਾਨ ਸੀ, ਜਿਹੜਾ ਫਸਟ ਟਾਈਮ ਇਸ ਧਰਤੀ ਤੇ ਜਿਸ ਨੇ ਰਹਿਣਾ ਸ਼ੁਰੂ ਕੀਤਾ ਸੀ, ਉਹ ਬਿਲਕੁਲ ਨੰਗਾ ਸੀ, ਕੱਪੜਾ ਕੋਈ ਨਹੀਂ ਸਰੀਰ ਤੇ। ਹੀ ਇਜ਼ ਟੋਟਲੀ ਨੇਕਡ। ਜਿਵੇਂ ਜਿਵੇਂ ਸਮਾਂ ਲੰਘਿਆ, ਸਮੇਂ ਦੀ ਇਹ ਬੜੀ ਵੱਡੀ ਖਾਸੀਅਤ ਹੈ ਸਾਧ ਸੰਗਤ, ਜਿਵੇਂ ਜਿਵੇਂ ਸਮਾਂ ਲੰਘਦਾ ਹੈ ਨਾ, ਇਹ ਸਮਾਂ ਸਾਨੂੰ ਕੁਝ ਸਿੱਖਿਆ ਦੇ ਕੇ ਜਾਂਦਾ ਹੈ, ਕੁਝ ਨਵੀਂ ਚੀਜ਼ ਦੇ ਕੇ ਜਾਂਦਾ ਹੈ, ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਵੇਂ ਚੱਲਣਾ ਹੈ ਇਹ ਸਮਝ ਦੇ ਕੇ ਜਾਂਦਾ ਹੈ। ਹਰ ਇੱਕ ਮੂਮੈਂਟ, ਹਰ ਇੱਕ ਪਲ ਜਿਹੜਾ ਹੈ ਨਾ, ਹਰ ਇੱਕ ਉਸ ਪਲ ਦੇ ਵਿੱਚ ਬੜਾ ਕੁਝ ਨਵਾਂ ਕ੍ਰੀਏਟ ਹੋ ਰਿਹਾ ਹੈ, ਨਵੀਂ ਕ੍ਰੀਏਸ਼ਨ ਹੁੰਦੀ ਪਈ ਹੈ ਕਿਸੇ ਪਾਸੇ। ਉਸੇ ਹੀ ਇੱਕ ਪਲ ਦੇ ਵਿੱਚ ਕਿਤੇ ਬੜਾ ਹੀ ਵਿਨਾਸ਼ ਹੁੰਦਾ ਪਿਆ, ਡਿਸਟਰਕਸ਼ਨ ਹੁੰਦੀ ਪਈ ਹੈ। ਮਤਲਬ ਕਿ ਹਰ ਇੱਕ ਪਲ ਇਨਸਾਨੀ ਜ਼ਿੰਦਗੀ ਦੇ ਵਿੱਚ ਬੜਾ ਮਹੱਤਵ ਰੱਖਦਾ ਹੈ। ਉਸ ਇੱਕ ਪਲ ਦੇ ਵਿੱਚ ਕਿਤੇ ਕ੍ਰੀਏਸ਼ਨ ਹੋ ਰਹੀ ਹੈ, ਕਿਤੇ ਵਿਨਾਸ਼ ਹੋ ਰਿਹਾ ਹੈ, ਡਿਸਟਰਕਸ਼ਨ ਹੋ ਰਹੀ ਹੈ। ਸੋ ਜਿਵੇਂ ਜਿਵੇਂ ਸਮਾਂ ਲੰਘਿਆ, ਉਸ ਸਮੇਂ ਦੇ ਨਾਲ ਇਨਸਾਨ ਨੂੰ ਥੋੜ੍ਹੀ ਥੋੜ੍ਹੀ ਸਮਝ ਆਉਣੀ ਸ਼ੁਰੂ ਹੋਈ। ਤੇ ਉਸ ਸਮਝ ਦੇ ਥਰੂ ਹੀ ਇਹ ਪਤਾ ਲੱਗ ਗਿਆ ਕਿ ਇਹ ਜਿਹੜਾ ਸਰੀਰ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਇਸ ਸਰੀਰ ਨੂੰ ਢੱਕਣਾ ਵੀ ਜ਼ਰੂਰੀ ਹੈ। ਤੇ ਹੌਲੀ ਹੌਲੀ ਫਿਰ ਜਿਵੇਂ ਵੀ ਉਸ ਟਾਈਮ ਦੇ ਸਾਧਨ ਸੀ, ਪੱਤਿਆਂ ਨੂੰ ਤੋੜ ਕੇ ਉਹਨਾਂ ਪੱਤਿਆਂ ਨੂੰ ਐਜ਼ ਏ ਕੱਪੜੇ ਯੂਜ਼ ਕਰਨਾ ਸਟਾਰਟ ਕਰ ਦਿੱਤਾ। ਮਤਲਬ ਕਿ ਸਰੀਰ ਨੂੰ ਢੱਕਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਇਤਨੀ ਕੁ ਇਨਵੈਂਸ਼ਨ ਇਸ ਸੰਸਾਰ ਦੇ ਵਿੱਚ ਹੋ ਗਈ, ਇਨਸਾਨ ਪੱਤਿਆਂ ਤੋਂ ਲੈ ਕੇ ਆਪਣੇ ਹੱਥ ਦੇ ਨਾਲ ਕੱਪੜੇ ਬੁਣ ਕੇ ਆਪਣੇ ਸਰੀਰ ਦੇ ਉੱਤੇ ਪਹਿਨਣੇ ਇਸ ਨੇ ਸਟਾਰਟ ਕਰ ਦਿੱਤੇ। ਜਿਸ ਤਰ੍ਹਾਂ ਸਮਾਂ ਲੰਘਿਆ, ਇਨਸਾਨ ਨੂੰ ਸਮਝ ਆਉਣੀ ਸ਼ੁਰੂ ਹੋਈ। ਉਸ ਸਮਝ ਦੇ ਵਿੱਚੋਂ ਹੀ ਧਰਮ ਦਾ ਜਨਮ ਹੁੰਦਾ ਹੈ। ਕਿਤੇ ਧਰਮ ਦੀ ਉਤਪਤੀ, ਓਰੀਜਨ ਪੜ੍ਹ ਕੇ ਦੇਖਿਓ, ਪਤਾ ਲੱਗੇਗਾ। ਵਿਦਵਾਨ ਕਹਿੰਦੇ ਨੇ ਕਿ ਧਰਮ ਇਨਸਾਨ ਜਿੰਨਾ ਹੀ ਪੁਰਾਣਾ ਹੈ, ਧਰਮ ਇਨਸਾਨ ਜਿੰਨਾ ਹੀ ਪੁਰਾਣਾ ਹੈ, ਜਿਤਨਾ ਕੋ ਇਨਸਾਨ ਦਾ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਸਮਾਂ ਗੁਜ਼ਰ ਚੁੱਕਾ ਹੈ, ਇਤਨਾ ਕੀ ਟਾਈਮ ਧਰਮ ਨੂੰ ਵੀ ਹੋ ਚੁੱਕਾ ਹੈ। ਕੱਪੜੇ ਪਹਿਨਣੇ ਸ਼ੁਰੂ ਹੋਏ, ਨਾਲ ਦੀ ਨਾਲ ਹੀ ਉਹਦੇ ਵਿੱਚੋਂ ਧਰਮ ਦਾ ਜਨਮ ਵੀ ਹੁੰਦਾ ਹੈ ਤੇ ਉਸ ਧਰਮ ਦੇ ਕਈ ਅੰਗ ਬਣਨੇ ਸ਼ੁਰੂ ਹੁੰਦੇ ਨੇ। ਹੌਲੀ ਹੌਲੀ ਕਈ ਧਰਮ ਬਣ ਗਏ। ਹੁਣ ਜੇਕਰ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ, ਅਨੇਕਾਂ ਹੀ ਧਰਮ ਇਸ ਸੰਸਾਰ ਦੇ ਵਿੱਚ ਮੌਜੂਦ ਨੇ। ਉਹਨਾਂ ਅਨੇਕਾਂ ਧਰਮਾਂ ਦਾ ਆਪਣਾ ਆਪਣਾ ਜਿੱਥੇ ਪਹਿਰਾਵਾ ਹੈ, ਮਰਿਆਦਾ ਵੀ ਅਲੱਗ ਹੈ, ਆਪਣੇ ਰੀਤੀ ਰਿਵਾਜ ਵੀ ਅਲੱਗ ਨੇ, ਤੇ ਉੱਥੇ ਪਹਿਰਾਵਾ, ਕਾਸਟਿਊਮ ਵੀ ਟੋਟਲੀ ਅਲੱਗ ਹੈ। ਹਿੰਦੂ ਧਰਮ ਦੀ ਗੱਲ ਕਰੀਏ, ਜਿਹੜੇ ਹਿੰਦੂ ਧਰਮ ਦੇ ਪੰਡਿਤ ਨੇ, ਪੁਜਾਰੀ ਨੇ, ਉਹਨਾਂ ਦਾ ਪਹਿਰਾਵਾ ਅਲੱਗ ਹੋਏਗਾ। ਚਰਚ ਦੇ ਵਿੱਚ ਜਿਹੜਾ ਪਾਦਰੀ ਹੈ, ਪ੍ਰੀਸਟ ਸਾਹਿਬਾਨ ਨੇ, ਉਹਨਾਂ ਦਾ ਪਹਿਰਾਵਾ ਅਲੱਗ ਹੋਏਗਾ। ਮੌਸਕ ਦੇ ਵਿੱਚ ਰਹਿਣ ਵਾਲੇ ਜਿਹੜੇ ਕਾਜੀ ਸਾਹਿਬਾਨ ਜਾਂ ਮੁੱਲਾ ਜੀ ਨੇ, ਉਹਨਾਂ ਦਾ ਪਹਿਰਾਵਾ ਅਲੱਗ ਹੋਏਗਾ। ਗੁਰੂ ਘਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਜਿਹੜੇ ਗ੍ਰੰਥੀ ਰਾਗੀ ਸਾਹਿਬਾਨ ਸੇਵਾਦਾਰ ਨੇ, ਉਹਨਾਂ ਦਾ ਪਹਿਰਾਵਾ ਅਲੱਗ ਹੋਏਗਾ। ਮਤਲਬ ਹਰ ਇੱਕ ਧਰਮ ਦੇ ਜਿਹੜੇ ਲੋਕ ਨੇ, ਉਹਨਾਂ ਧਰਮਾਂ ਦਾ ਪਹਿਰਾਵਾ ਅਲੱਗ-ਅਲੱਗ ਹੈ ਤੇ ਆਪਸ ਵਿੱਚ ਮਿਲਦਾ ਕੁਝ ਨਹੀਂ। ਯਾਦ ਰਹੇ ਸਾਧ ਸੰਗਤ, ਪਹਿਰਾਵਾ, ਕਾਸਟਿਊਮ ਕੋਈ ਵੀ ਮਾੜਾ ਨਹੀਂ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਨਾ ਕਿ ਕਾਸਟਿਊਮ ਕੋਈ ਮਾੜਾ ਨਹੀਂ ਹੈ, ਤੇ ਉੱਥੇ ਧਰਮ ਦੀ ਗੱਲ ਹੈ। ਉੱਥੇ ਆਪਣੀ ਸੰਸਾਰਿਕ ਜ਼ਿੰਦਗੀ ਦੇ ਨਾਲ ਇਸ ਨੂੰ ਕੰਪੇਅਰ ਕਰਕੇ ਨਹੀਂ ਦੇਖਣਾ। ਮੈਂ ਇੱਥੇ 2 ਕੁ ਪਲ ਵਾਸਤੇ ਵਿਸ਼ੇ ਦੇ ਵਿੱਚੋਂ ਨਿਕਲਾਂ।
ਜਦੋਂ ਪੜ੍ਹਦੇ ਹਾਂ ਆਪਾਂ ਧਰਮ ਦੀ, ਇਨਸਾਨ ਦਾ ਇਸ ਸੰਸਾਰ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਦਾ ਸੀ, ਜਦੋਂ ਇਹਨੇ ਫਸਟ ਟਾਈਮ ਇਸ ਦੁਨੀਆ ਦੇ ਵਿੱਚ ਕਦਮ ਰੱਖਿਆ ਤੇ ਪਤਾ ਲੱਗਾ ਕਿ ਬਿਲਕੁਲ ਨੇਕਡ ਸੀ, ਨੰਗਾ ਰਹਿੰਦਾ ਸੀ। ਹੌਲੀ ਹੌਲੀ ਸਮਝ ਪਈ, ਇਸ ਨੇ ਸਰੀਰ ਨੂੰ ਢੱਕਣਾ ਸ਼ੁਰੂ ਕਰ ਦਿੱਤਾ। ਪਰ ਕਮਾਲ ਦੀ ਗੱਲ ਹੈ, ਸੋਚ ਕੇ ਹੈਰਾਨ ਰਹਿ ਜਾਈਦਾ ਹੈ, ਜਿਸ ਇਨਸਾਨ ਦੇ ਕੋਲ ਬਹੁਤਾ ਗਿਆਨ ਨਹੀਂ ਸੀ, ਬਹੁਤੀ ਸਮਝ ਨਹੀਂ ਸੀ, ਉਸ ਨੂੰ ਇੰਨਾ ਪਤਾ ਲੱਗ ਗਿਆ ਕਿ ਇਸ ਸਰੀਰ ਨੂੰ ਢੱਕਣਾ ਹੈ। ਪਰ ਅੱਜ ਦੇ ਟਾਈਮ ਦੇ ਵੱਲ ਝਾਤ ਮਾਰੀਏ, ਅੱਜ ਹਰ ਇੱਕ ਇਨਸਾਨ ਦੇ ਕੋਲ ਬੇਸ਼ੁਮਾਰ ਨੌਲੇਜ ਹੈ। ਹਰ ਇੱਕ ਇਨਸਾਨ ਇੱਕ ਤੋਂ ਵੱਧ ਕੇ ਇੱਕ ਸਿਆਣਾ ਹੈ। ਹਰ ਇੱਕ ਦੇ ਕੋਲ, ਜੇਕਰ ਅੱਜ ਕੋਈ ਬੈਚਲਰ ਹੈ, ਕਿਸੇ ਨੇ ਮਿਡਲ ਕਲਾਸ ਪਾਸ ਕੀਤੀ ਹੈ, ਕੋਈ ਬੈਚਲਰ ਹੈ, ਕੋਈ ਡਿਗਰੀ ਪ੍ਰਾਪਤ ਕਰਕੇ ਬੈਠਾ ਹੈ, ਕਿਸੇ ਦੇ ਕੋਲ 2-2 3-3 ਡਿਗਰੀਆਂ ਨੇ। ਇੰਨਾ ਗਿਆਨ ਹੋਣ ਦੇ ਬਾਵਜੂਦ ਉਸ ਸਮੇਂ ਹੈਰਾਨ ਰਹਿ ਜਾਈਦਾ ਹੈ ਕਿ ਜਦੋਂ ਦੇਖੀਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਇਨਸਾਨ ਆਪਣੇ ਸਰੀਰ ਤੋਂ ਕੱਪੜਿਆਂ ਨੂੰ ਉਤਾਰ ਰਿਹਾ। ਤੇ ਉਹ ਸਮਾਂ ਦੂਰ ਨਹੀਂ, ਉਹ ਸਮਾਂ ਦੂਰ ਨਹੀਂ ਜਦੋਂ ਇਸ ਇਨਸਾਨ ਦੀ ਹਾਲਤ ਬਿਲਕੁਲ ਉਸ ਇਨਸਾਨ ਵਰਗੀ ਹੋ ਜਾਏਗੀ ਜਦੋਂ ਇਸ ਇਨਸਾਨ ਨੇ ਇਸ ਦੁਨੀਆ ਦੇ ਉੱਤੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਕਹਿਣ ਦਾ ਭਾਵ, ਜਿਸ ਤਰ੍ਹਾਂ ਪਹਿਲਾਂ ਰਹਿੰਦਾ ਸੀ ਉਹ ਸਮਾਂ ਦੂਰ ਨਹੀਂ ਹੈ ਜਦੋਂ ਉਸੇ ਤਰ੍ਹਾਂ ਹੀ ਇਹ ਰਹਿਣਾ ਸ਼ੁਰੂ ਕਰ ਦੇਗਾ। ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ, ਉਹ ਸਮਾਂ ਸੀ ਜਦੋਂ ਸਮਝ ਨਹੀਂ ਸੀ ਪਰ ਸਰੀਰ ਨੂੰ ਢੱਕਣਾ ਸ਼ੁਰੂ ਹੋ ਗਿਆ। ਅੱਜ ਨੌਲੇਜ ਹੈ ਪਰ ਅੱਜ ਸਰੀਰ ਤੋਂ ਕੱਪੜੇ ਉਤਾਰਨੇ ਇਨਸਾਨ ਨੇ ਸ਼ੁਰੂ ਕਰ ਦਿੱਤੇ। ਸ਼ਰਮ ਦੇ ਨਾਲ ਸਿਰ ਝੁਕ ਜਾਈਦਾ ਜਦੋਂ ਕਿਸੇ ਧੀ ਭੈਣ ਨੂੰ ਬਹੁਤ ਹੀ ਛੋਟੇ ਛੋਟੇ ਕੱਪੜਿਆਂ ਦੇ ਵਿੱਚ ਦੇਖੀਦਾ ਜਾਂ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਸੋ ਰਹੋ ਵਿਚਾਰ, ਕਮ ਟੂ ਦਾ ਪੁਆਇੰਟ। ਪਹਿਰਾਵਾ ਕੋਈ ਵੀ ਮਾੜਾ ਨਹੀਂ, ਪਰ ਪਹਿਰਾਵੇ ਦੇ ਵਿੱਚ ਕੀ ਹੈ ਇਹ ਦੇਖਣਾ ਪਏਗਾ। ਸਤਿਗੁਰੂ ਜੀ ਕਹਿੰਦੇ ਕਿ ਇੱਕ ਉਹ ਇਨਸਾਨ ਹੈ ਜਿਹੜਾ ਰੱਬ ਦੇ ਨਾਲ ਜੁੜਿਆ ਪਿਆ ਹੈ, ਉਸ ਨੂੰ ਕਿਸੇ ਵੀ ਬਾਹਰੀ ਵਿਖਾਵੇ ਦੀ ਜ਼ਰੂਰਤ ਕੋਈ ਨਹੀਂ। ਪਰ ਇੱਕ ਉਹ ਹੈ ਜਿਸ ਦੇ ਅੰਦਰ ਕੁਝ ਹੋਰ ਚੱਲ ਰਿਹਾ ਹੈ, ਬਾਹਰ ਕੁਝ ਹੋਰ ਚੱਲ ਰਿਹਾ ਹੈ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਬੜਾ ਪਿਆਰਾ ਕਿਹਾ। ਪਤਾ ਕੀ ਕਹਿੰਦੇ? ਕਹਿੰਦੇ ਭੇਖ ਦਿਖਾਵੈ ਜਗਤ ਕੋ ਲੋਗਣ ਕੋ ਬਸ ਕੀਨ। ਇੱਕ ਉਹ ਇਨਸਾਨ ਹੈ ਜਿਹੜਾ ਸੱਚਮੁੱਚ ਰੱਬ ਦੇ ਨਾਲ ਜੁੜਿਆ ਹੋਇਆ ਹੈ, ਉਸ ਨੂੰ ਵਿਖਾਵੇ ਦੀ ਲੋੜ ਕੋਈ ਨਹੀਂ। ਪਰ ਦੂਜੇ ਪਾਸੇ ਸਤਿਗੁਰੂ ਜੀ ਕਹਿੰਦੇ ਇੱਕ ਐਸਾ ਇਨਸਾਨ ਹੈ ਜਿਸ ਦੇ ਅੰਦਰ ਤੇ ਕੋਈ ਧਰਮ ਵਾਲੀ ਗੱਲ ਨਹੀਂ, ਜਿਹਦਾ ਅੰਦਰ ਤੇ ਰੱਬ ਦੇ ਨਾਲ ਟੁੱਟਾ ਪਿਆ ਏ, ਪਰ ਬਾਹਰੋਂ ਉਹ ਪਹਿਰਾਵਾ ਧਾਰਨ ਕਰਕੇ ਬੈਠਾ ਹੈ। ਕਾਹਦੇ ਲਈ? ਤਾਂ ਕਿ ਮੈਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਲੁੱਟ ਸਕਾਂ। ਇੱਕ ਸਾਖੀ ਵੀ ਆਪ ਸਰਬੱਤ ਸੰਗਤ ਨੇ ਸੁਣੀ ਹੋਏਗੀ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ। ਜਦੋਂ ਇੱਕ ਜੋਗੀ ਬੈਠਾ ਹੈ ਸਮਾਧੀ ਲਗਾ ਕੇ, ਅੱਖਾਂ ਬੰਦ ਨੇ, ਉਹਦੇ ਸਾਹਮਣੇ ਇੱਕ ਪੈਸਿਆਂ ਵਾਲਾ ਗੜਵਾ ਪਿਆ ਹੋਇਆ, ਇੱਕ ਬਰਤਨ ਪਿਆ ਹੋਇਆ ਜਿਹਦੇ ਵਿੱਚ ਸੰਗਤ, ਜਿਹੜੇ ਲੋਕ ਨੇ ਉਹ ਪੈਸੇ ਪਾ ਰਹੇ ਨੇ, ਪੈਸੇ ਪਾਉਂਦੇ ਨੇ ਤੇ ਉਹਦੇ ਸਾਹਮਣੇ ਹੀ ਬੈਠ ਜਾਂਦੇ ਨੇ। ਤੇ ਕਹਿ ਕੀ ਰਿਹਾ ਜ਼ੁਬਾਨ ਤੋਂ? ਕਹਿੰਦਾ ਜੀ ਮੈਨੂੰ 3 ਲੋਕਾਂ ਦੇ ਦਰਸ਼ਨ ਹੋ ਰਹੇ ਨੇ, ਜਿਹੜਾ ਮੇਰੇ ਕੋਲ ਬੈਠੇਗਾ ਮੈਂ ਉਹਨੂੰ ਵੀ 3 ਲੋਕਾਂ ਦੇ ਦਰਸ਼ਨ ਕਰਾਵਾਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖਿਆ ਤੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਉਹ ਜਿਹੜਾ ਗੜਵਾ ਸਾਹਮਣੇ ਪਿਆ ਹੈ ਨਾ, ਉਹਨੂੰ ਚੁੱਕ ਕੇ ਤੇ ਜੋਗੀ ਦੇ ਪਿੱਛੇ ਹੀ ਰੱਖ ਦੇ। ਭਾਈ ਮਰਦਾਨੇ ਨੇ ਇਵੇਂ ਕੀਤਾ ਜੀ, ਗੜਵਾ ਚੁੱਕਿਆ ਤੇ ਚੁੱਕ ਕੇ ਜੋਗੀ ਦੇ ਪਿੱਛੇ ਰੱਖ ਦਿੱਤਾ। ਤੇ ਜਦੋਂ ਹਲਕੀਆਂ ਜੀਆਂ ਅੱਖਾਂ ਖੋਲ੍ਹ ਕੇ ਉਸ ਜੋਗੀ ਨੇ ਦੇਖਿਆ, ਝਾਤੀ ਮਾਰੀ ਕਿ ਗੜਵੇ ਦੇ ਵਿੱਚ ਪੈਸੇ ਪੈ ਰਹੇ ਨੇ, ਜਦੋਂ ਉਹ ਗੜਵਾ ਹੀ ਨਜ਼ਰ ਨਾ ਆਇਆ ਤੇ ਜਿਹੜੀਆਂ ਥੋੜੀਆਂ ਅੱਖਾਂ ਖੋਲੀਆਂ ਸੀ ਉਹ ਪੂਰੀ ਤਰ੍ਹਾਂ ਖੁੱਲ ਗਈਆਂ। ਉਸ ਜੋਗੀ ਦੀ ਰਿਐਲਿਟੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਕਿ ਭਈ ਜਿਸ ਨੂੰ ਤੁਸੀਂ ਇਹ ਮੰਨਦੇ ਪਏ ਹੋ ਨਾ ਕਿ ਇਹ ਬੜਾ ਪਹੁੰਚਿਆ ਹੋਇਆ ਹੈ, ਅਸਲ ਦੇ ਵਿੱਚ ਪਹੁੰਚਿਆ ਕੋਈ ਨਹੀਂ, ਇਹਦੀ ਖੇਡ ਸਿਰਫ ਪੈਸੇ ਵਾਸਤੇ ਹੈ। ਤੁਹਾਨੂੰ ਇਹ ਭੁਲੇਖੇ ਦੇ ਵਿੱਚ ਫਸਾ ਕੇ, ਆਪਣੇ ਜਾਲ ਦੇ ਵਿੱਚ ਫਸਾ ਕੇ, ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਤੁਹਾਨੂੰ ਕੇਵਲ ਲੁੱਟ ਰਿਹਾ ਹੈ, ਤੁਹਾਡੇ ਕੋਲੋਂ ਕੇਵਲ ਮਾਇਆ ਇਕੱਠੀ ਕਰਦਾ ਪਿਆ ਹੈ, ਪੱਲੇ ਇਹਦੇ ਕੁਝ ਵੀ ਨਹੀਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭੇਖ ਦਿਖਾਵੈ ਜਗਤ ਕੋ ਲੋਗਣ ਕੋ ਬਸ ਕੀਨ। ਲੋਕਾਂ ਨੂੰ ਵਸ 'ਚ ਕਰ ਲਿਆ ਜੀ। ਪਰ ਨਾਲ ਹੀ ਸਤਿਗੁਰਾਂ ਨੇ ਇੱਥੇ ਇੱਕ ਤਾਕੀਦ ਵੀ ਕਰ ਦਿੱਤੀ, ਇਸ਼ਾਰਾ ਵੀ ਦੇ ਦਿੱਤਾ। ਪਾਤਸ਼ਾਹ ਜੀ ਕਹਿੰਦੇ ਯਾਦ ਰਹੇ, ਤੂੰ ਲੁੱਟਦਾ ਤਾਂ ਜ਼ਰੂਰ ਪਿਆ ਏ ਲੋਕਾਂ ਨੂੰ, ਪਰ ਤੇਰਾ ਅੰਤਲਾ ਸਮਾਂ ਜਦੋਂ ਆਏਗਾ ਨਾ, ਖਿਆਲ ਕਰੀ ਉਹ ਅੰਤਲਾ ਸਮਾਂ ਬੜਾ ਭਿਆਨਕ ਹੋਏਗਾ। ਜੀਵਨ ਦੇ ਵਿੱਚ ਤੂੰ ਕੁਝ ਪਲ ਵਾਸਤੇ ਸੁੱਖ ਤਾਂ ਪ੍ਰਾਪਤ ਕਰ ਸਕਦਾ ਹੈ, ਪਰ ਇੱਕ ਸਮਾਂ ਐਸਾ ਆਏਗਾ ਜਦੋਂ ਤੇਰੇ ਤੋਂ ਵੱਧ ਕੇ ਦੁਖੀ ਇਸ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੋਏਗਾ।
ਸਤਿਗੁਰਾਂ ਨੇ ਇੱਥੇ ਸਮਝਾ ਦਿੱਤਾ, ਕਹਿੰਦੇ ਪਹਿਰਾਵਾ ਪਹਿਨ ਕੇ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਠੱਗਣ ਦੀ ਜ਼ਰੂਰਤ ਕੋਈ ਨਹੀਂ। ਜੇਕਰ ਤੂੰ ਆਪਣੇ ਜੀਵਨ ਦਾ ਨਿਰਵਾਹ ਕਰਨਾ ਚਾਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਤੈਨੂੰ ਤੇਰਾ ਸਰੀਰ ਦਿੱਤਾ ਹੈ ਅਰੋਗ, ਇਸ ਸਰੀਰ ਦੇ ਨਾਲ ਤੂੰ ਮਿਹਨਤ ਕਰ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਅੰਤ ਕਾਲ ਕਾਤੀ ਕਟਿਓ ਬਾਸ ਨਰਕਮੈ ਹੋਏ। ਬਾਸ ਨਰਕਮੈ ਹੋਏ ਦਾ ਨਰਕ ਵੈਸੇ ਹੈਲ ਕਹਿ ਦਿੱਤਾ ਜਾਂਦਾ ਹੈ, ਪਰ ਜਦੋਂ ਬਾਣੀ ਦੇ ਵਿੱਚ ਹੈਲ ਤੇ ਹੈਵਨ ਦਾ ਜ਼ਿਕਰ ਆਏਗਾ ਨਾ ਸਾਧ ਸੰਗਤ, ਉੱਥੇ ਇਹ ਮਤ ਸੋਚ ਲੈਣਾ ਕਿ ਕਿਸੇ ਇਸ ਸੰਸਾਰ ਤੋਂ ਬਾਹਰਲੇ ਹੈਵਨ ਹੈਲ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਉੱਥੇ ਸਮਝਾਉਂਦੇ ਨੇ ਭਲਿਆ ਇਹ ਸੰਸਾਰ ਹੀ ਤੇਰੇ ਵਾਸਤੇ ਸਵਰਗ ਬਣੇਗਾ ਜੇਕਰ ਤੂੰ ਰੱਬ ਦੇ ਨਾਲ ਜੁੜੇਗਾ ਪਖੰਡ ਨੂੰ ਛੱਡ ਕੇ। ਇਹ ਸੰਸਾਰ ਹੀ ਤੇਰੇ ਲਈ ਨਰਕ ਬਣ ਜਾਏਗਾ ਜੇਕਰ ਤੂੰ ਪਰਮਾਤਮਾ ਨੂੰ ਛੱਡ ਕੇ ਲੋਕਾਂ ਨੂੰ ਲੁੱਟੇਗਾ, ਪਰਮਾਤਮਾ ਨੂੰ ਛੱਡ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਧਰਮ ਦੇ ਨਾਂ ਦੇ ਉੱਤੇ ਉਹਨਾਂ ਦਾ ਨੁਕਸਾਨ ਕਰੇਗਾ। ਤੇਰੇ ਵਾਸਤੇ ਇਹ ਸੰਸਾਰ ਹੀ ਨਰਕ ਬਣ ਜਾਏਗਾ। ਸੋ ਸਤਿਗੁਰਾਂ ਨੇ ਸਮਝਾਇਆ। ਹੁਣੇ ਹੀ ਆਪਾਂ ਆਸਾ ਕੀ ਵਾਰ ਸਰਵਣ ਕੀਤੀ ਤੇ ਆਸਾ ਕੀ ਵਾਰ ਦੇ ਵਿੱਚ ਵੀ ਸਤਿਗੁਰੂ ਜੀ ਇਹੀ ਗੱਲ ਸਮਝਾ ਕੇ ਗਏ, ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਮੈਂ ਬੇਨਤੀ ਕੀਤੀ ਪਹਿਰਾਵਾ ਕੋਈ ਵੀ ਮਾੜਾ ਨਹੀਂ, ਕੋਈ ਪਹਿਰਾਵਾ ਮਾੜਾ ਨਹੀਂ, ਪਰ ਡਿਪੈਂਡ ਕਰਦਾ ਹੈ ਕਿ ਜਿਸ ਇਨਸਾਨ ਨੇ ਕਿਸੇ ਧਰਮ ਦਾ ਪਹਿਰਾਵਾ ਪਹਿਨਿਆ ਹੋਇਆ ਹੈ ਕਿ ਧਰਮ ਦੇ ਕੁਝ ਗੁਣ ਉਹਦੇ ਅੰਦਰ ਵੀ ਮੌਜੂਦ ਨੇ ਕਿ ਜਾਂ ਫਿਰ ਉਸਨੇ ਪਹਿਰਾਵਾ ਕੇਵਲ ਲੋਕਾਂ ਨੂੰ ਠੱਗਣ ਵਾਸਤੇ ਪਹਿਨਿਆ। ਇਹ ਡਿਪੈਂਡ ਕਰਦਾ ਹੈ। ਤੇ ਜੇਕਰ ਕੇਵਲ ਵਿਖਾਵੇ ਲਈ ਪਹਿਰਾਵਾ ਪਹਿਨਿਆ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਕੋਲੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ, ਸਮਝਣ ਦੀ ਜ਼ਰੂਰਤ ਹੈ। ਹੁਣ ਸਮਝ ਕਿਵੇਂ ਪਵੇਗੀ? ਭੱਟ ਸਾਹਿਬਾਨ ਉਹਨਾਂ ਦੀ ਬਾਣੀ ਨੂੰ ਪੜ੍ਹੀਏ ਤੇ ਉਹਨਾਂ ਨੇ ਆਪਣੇ ਜੀਵਨ ਦੇ ਨਾਲ ਜੋ ਉਹਨਾਂ ਦੇ ਬਤੀਤ ਹੋਇਆ, ਜੋ ਘਟਨਾ ਉਹਨਾਂ ਦੇ ਨਾਲ ਘਟੀ, ਉਹਦਾ ਵੀ ਜ਼ਿਕਰ ਉਹਨਾਂ ਨੇ ਬਾਣੀ ਦੇ ਵਿੱਚ ਕੀਤਾ। ਭੱਟ ਸਾਹਿਬਾਨ ਕਹਿੰਦੇ ਅਸੀਂ ਮਨ ਦੀ ਸ਼ਾਂਤੀ ਵਾਸਤੇ, ਮਨ ਦੇ ਟਿਕਾਅ ਵਾਸਤੇ ਘਰੋਂ ਨਿਕਲੇ। ਕਈਆਂ ਦੇ ਨਾਲ ਮੇਲ ਮਿਲਾਪ ਹੋਇਆ, ਕਈਆਂ ਦੇ ਬਾਰੇ ਸੁਣਿਆ ਕਿ ਇਹ ਬੜਾ ਪਹੁੰਚਿਆ ਹੋਇਆ ਤਪੱਸਵੀ ਹੈ, ਇਹ ਬੜਾ ਵੱਡਾ ਸੰਨਿਆਸੀ ਹੈ, ਇਹ ਬੜੀ ਗਹਿਰੀ ਇਹਦੀ ਸਮਾਧੀ ਹੈ, ਬੜਾ ਕੁਝ ਸੁਣਿਆ। ਤੇ ਉਹਨਾਂ ਦੇ ਕੋਲ ਅਸੀਂ ਗਏ ਵੀ, ਉਹਨਾਂ ਦੀਆਂ ਗੱਲਾਂ ਸੁਣੀਆਂ। ਗੱਲਾਂ ਸੁਣ ਕੇ ਇਵੇਂ ਲੱਗਦਾ ਸੀ ਕਿ ਵਾਕਿਆ ਹੀ ਇਹ ਇਨਸਾਨ ਜਿਹੜਾ ਨਾ ਸੱਚਮੁੱਚ ਪਹੁੰਚਿਆ ਹੋਇਆ ਹੈ। ਪਰ ਜਦੋਂ ਕੁਝ ਦਿਨ ਉਹਨਾਂ ਦੇ ਨਾਲ ਰਹਿ ਕੇ ਬਤੀਤ ਕੀਤੇ, ਕੁਝ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ, ਤੇ ਸਮਝ ਕੀ ਪਈ ਕਿ ਕੇਵਲ ਇਹਨਾਂ ਦੇ ਕੋਲ ਗੱਲਾਂ ਨੇ, ਗੱਲਾਂ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਜਿਹੜੀ ਧਰਮ ਦੀ ਜਾਂ ਜਿਹੜੀ ਗਿਆਨ ਦੀ ਗੱਲ ਇਹ ਲੋਕਾਂ ਨੂੰ ਸੁਣਾ ਰਹੇ ਨੇ, ਜਿਹੜਾ ਮੈਸੇਜ ਗੱਲਾਂ ਰਾਹੀਂ ਆਮ ਲੋਕਾਂ ਤੱਕ ਕਨਵੇ ਕਰਦੇ ਪਏ ਨੇ, ਉਹ ਮੈਸੇਜ ਇਹਨਾਂ ਦੇ ਜੀਵਨ ਦੇ ਵਿੱਚ ਖੁਦ ਅਪਲਾਈ ਨਹੀਂ ਹੋ ਰਿਹਾ। ਬਚਨ ਬੜਾ ਪਿਆਰਾ ਜੀ, ਕਹਿੰਦੇ ਸੰਨਿਆਸੀ ਤਪੱਸੀ ਹੈ, ਮੁੱਖੋਂ ਇਹ ਪੰਡਿਤ ਮਿੱਠੇ। ਕਹਿੰਦੇ ਬੜੀਆਂ ਗੱਲਾਂ ਮਿੱਠੀਆਂ ਨੇ, ਬੜਾ ਵੱਡਾ ਉਹਨਾਂ ਦਾ ਨਾਮ ਹੈ ਜੀ ਕਿ ਇਹ ਜੋਗੀ ਹੈ, ਇਹ ਸੰਨਿਆਸੀ ਹੈ, ਇਹ ਤਪੱਸਿਆ ਕਰਨ ਵਾਲਾ ਹੈ। ਪਰ ਨਾਲ ਹੀ ਕਹਿ ਦਿੱਤਾ, ਕਹਿੰਦੇ ਕਹਿਤ ਕੋ ਰਹਿਤ ਕੋ ਖੁਸ਼ੀ ਨਾ ਆਇਓ। ਕਹਤੇ ਐ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਜਦੋਂ ਉਹਨਾਂ ਦੇ ਨਿੱਜੀ ਜੀਵਨ ਨੂੰ ਦੇਖਿਆ, ਨਿੱਜੀ ਜੀਵਨ ਦੇ ਵਿੱਚ ਉਹਨਾਂ ਦੇ ਧਰਮ ਵਾਲੀ ਗੱਲ ਕੋਈ ਨਹੀਂ। ਫਿਰ ਭੱਟ ਸਾਹਿਬਾਨ ਕਹਿੰਦੇ ਅਸੀਂ ਪਹੁੰਚੇ ਗੁਰੂ ਦੇ ਦਰ ਤੇ। ਇੱਥੋਂ ਫਿਰ ਸਮਝ ਪਈ ਜਿਹੜੀ ਗੱਲ ਗੁਰੂ ਸਾਹਿਬਾਨ ਆਪਣੀ ਰਸਨਾ ਤੋਂ ਕਹਿੰਦੇ ਪਏ ਨੇ, ਉਹ ਗੱਲ ਉਹਨਾਂ ਦੇ ਜੀਵਨ ਦੇ ਵਿੱਚ ਵੀ ਅਪਲਾਈ ਹੁੰਦੀ ਪਈ ਹੈ। ਜਿਸ ਗੱਲ ਨੂੰ ਸਤਿਗੁਰੂ ਜੀ ਆਮ ਲੋਕਾਂ ਤੱਕ ਪਹੁੰਚਾ ਰਹੇ ਨੇ, ਉਹੀ ਮੈਸੇਜ, ਉਹੀ ਗੱਲ ਸਤਿਗੁਰੂ ਜੀ ਆਪਣੇ ਜੀਵਨ ਦੇ ਵਿੱਚ ਵੀ ਫੋਲੋ ਕਰਦੇ ਪਏ ਨੇ। ਕਹਿੰਦੇ ਸਾਡੀ ਭਟਕਣਾ ਖਤਮ ਹੋ ਗਈ। ਉਹ ਲੋਕ ਜਿਨ੍ਹਾਂ ਨੇ ਧਰਮ ਨੂੰ ਕੇਵਲ ਕਮਾਈ ਦਾ ਸਾਧਨ ਬਣਾ ਲਿਆ, ਉਹ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਲੁੱਟਣਗੇ ਜ਼ਰੂਰ, ਪਰ ਇੱਕ ਐਸਾ ਇਨਸਾਨ ਹੈ ਜਿਹੜਾ ਧਰਮ ਨੂੰ ਕਮਾਉਂਦਾ ਪਿਆ ਹੈ ਜੀਵਨ ਦੇ ਵਿੱਚ, ਉਹ ਪਖੰਡ ਦੇ ਵਿੱਚ ਨਹੀਂ ਪਏਗਾ। ਉਹ ਆਪਣੇ ਜੀਵਨ ਨੂੰ ਗੁਰੂ ਆਸਰੇ ਬਤੀਤ ਕਰੇਗਾ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾਏਗਾ। ਤੇ ਸਤਿਗੁਰੂ ਜੀ ਇਸੇ ਕਰਕੇ ਸਮਝਾ ਰਹੇ ਨੇ, ਕਹਿੰਦੇ ਲਿਓ ਭੇਖ ਬੈਰਾਗ। ਹੁਣ ਬੈਰਾਗ ਦਾ ਮਤਲਬ ਕੀ ਹੈ? ਭੇਖ ਦਾ ਮਤਲਬ ਹੈ ਪਹਿਰਾਵਾ। ਕਿਹੜਾ ਪਹਿਰਾਵਾ ਜੀ? ਬੈਰਾਗੀਆਂ ਵਾਲਾ। ਹੁਣ ਬੈਰਾਗ ਲਫ਼ਜ਼ ਜਿਹੜਾ ਹੈ ਨਾ, ਇਹ ਦੋ ਤਰ੍ਹਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਪੜ੍ਹਨ ਲਈ ਮਿਲੇਗਾ। ਕਿਤੇ ਬੱਬੇ ਦੇ ਨਾਲ, ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਬੱਬੇ ਦੇ ਨਾਲ ਲਿਖਿਆ ਹੋਇਆ ਬੈਰਾਗ,
ਤੇ ਕਿਤੇ ਇਹੀ ਲਫ਼ਜ਼ ਵੱਵੇ ਦੇ ਨਾਲ ਵੈਰਾਗ ਇਵੇਂ ਵੀ ਲਿਖਿਆ ਮਿਲੇਗਾ। ਮੀਨਿੰਗ ਦੋਨਾਂ ਦੇ ਸੇਮ ਨੇ। ਕਿਤੇ ਕਿਤੇ ਅਕੋਰਡਿੰਗ ਟੂ ਸੈਂਟੈਂਸ ਇਹਨਾਂ ਦੇ ਮੀਨਿੰਗ ਥੋੜ੍ਹੇ ਜਿਹੇ ਚੇਂਜ ਹੋਣਗੇ। ਚੇਂਜ ਕਿਸ ਤਰ੍ਹਾਂ ਹੋਣਗੇ? ਵੈਸੇ ਵਰਡ ਹੈ ਰਾਗ। ਰਾਗ ਦਾ ਮਤਲਬ ਹੁੰਦਾ ਹੈ ਪ੍ਰੇਮ। ਤੇ ਜਦੋਂ ਬੈਰਾਗ ਜਾਂ ਵੈਰਾਗ ਆਪਾਂ ਲਫ਼ਜ਼ ਯੂਜ਼ ਕਰਦੇ ਹਾਂ ਤੇ ਇਹਦਾ ਮਤਲਬ ਹੁੰਦਾ ਹੈ ਕਿ ਉਹ ਇਨਸਾਨ, ਉਹ ਮਨੁੱਖ ਜਿਸ ਨੇ ਸੰਸਾਰ ਦੇ ਪਦਾਰਥਾਂ ਦੇ ਨਾਲੋਂ ਆਪਣੇ ਮੋਹ ਨੂੰ ਤੋੜ ਦਿੱਤਾ, ਜਿਸ ਨੇ ਸੰਸਾਰ ਦੇ ਪਦਾਰਥਾਂ ਦੇ ਨਾਲੋਂ, ਮਾਇਆ ਦੇ ਨਾਲੋਂ ਮੋਹ ਤੋੜ ਦਿੱਤਾ, ਉਹ ਬਣ ਗਿਆ ਬੈਰਾਗੀ। ਉਹ ਹੋ ਗਿਆ ਵੈਰਾਗੀ, ਕਿਉਂਕਿ ਉਹਦੇ ਅੰਦਰੋਂ ਅਟੈਚਮੈਂਟ ਖਤਮ ਹੋ ਗਈ ਹੈ। ਉਹਦੇ ਅੰਦਰੋਂ ਸੰਸਾਰ ਦੇ ਪਦਾਰਥਾਂ ਦਾ ਲਾਲਚ ਜਾਂ ਮੋਹ ਖਤਮ ਹੋ ਗਿਆ, ਉਹ ਬੈਰਾਗੀ ਹੋ ਗਿਆ। ਬਾਣੀ ਦੇ ਵਿੱਚੋਂ ਵਾਰ-ਵਾਰ ਪੜ੍ਹਦੇ ਹੋ ਨਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਪਰ ਵੈਸੇ ਵੈਰਾਗ ਜੇਕਰ ਆਮ ਡੈਫੀਨੇਸ਼ਨ ਦੇਣੀ ਹੋਵੇ ਤਾਂ ਕੀ ਇਹਦਾ ਮਤਲਬ ਹੋਏਗਾ? ਆਮ ਲੋਕਾਂ ਦੀ ਸ਼ਬਦਾਵਲੀ ਦੇ ਵਿੱਚ ਬੈਰਾਗ ਦਾ ਮਤਲਬ ਕੇਵਲ ਇਤਨਾ ਹੈ ਕਿ ਜਿਸ ਇਨਸਾਨ ਨੇ ਆਪਣੇ ਘਰ ਘਾਟ ਦਾ ਤਿਆਗ ਕਰ ਦਿੱਤਾ, ਆਪਣੇ ਬੱਚਿਆਂ ਦਾ ਤਿਆਗ ਕਰ ਦਿੱਤਾ, ਜਿਸ ਨੇ ਜੋਗੀਆਂ ਵਾਲਾ ਪਹਿਰਾਵਾ, ਇੱਕ ਸਪੈਸ਼ਲ ਕਾਸਟਿਊਮ ਧਾਰਨ ਕਰ ਲਿਆ, ਜਾਂ ਜਿਸ ਨੇ ਸਿਰ ਦੇ ਉੱਤੇ ਜੜਾਵਾਂ ਵਧਾ ਲਈਆਂ, ਜਾਂ ਜਿਸ ਨੇ ਆਪਣੇ ਸਰੀਰ ਦੇ ਉੱਤੇ ਸਵਾਹ ਮਲ ਲਈ, ਜਾਂ ਜਿਸ ਨੇ ਕੱਪੜੇ ਹੀ ਤਿਆਗ ਦਿੱਤੇ, ਉਸ ਨੂੰ ਆਮ ਸ਼ਬਦਾਵਲੀ ਦੇ ਵਿੱਚ ਬੈਰਾਗੀ ਦਾ ਨਾਂ ਦੇ ਦਿੱਤਾ ਗਿਆ। ਪਰ ਸਤਿਗੁਰੂ ਜੀ ਇਸ ਨੂੰ ਬੈਰਾਗ ਨਹੀਂ ਜੇ ਮੰਨਦੇ। ਸਤਿਗੁਰੂ ਜੀ ਉਸ ਇਨਸਾਨ ਨੂੰ ਬੈਰਾਗੀ ਨਹੀਂ ਮੰਨਦੇ ਜਿਹੜਾ ਆਪਣੇ ਪਰਿਵਾਰ ਦਾ ਤਿਆਗ ਕਰਕੇ ਇਹ ਸੋਚਦਾ ਪਿਆ ਕਿ ਸ਼ਾਇਦ ਮੈਂ ਆਪਣੇ ਜੀਵਨ ਦੀ ਮੰਜ਼ਿਲ ਨੂੰ ਪਾ ਲਵਾਂਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅਸਲੀ ਬੈਰਾਗੀ ਉਹ ਹੈ, ਕੌਣ? ਜਿਹ ਵਿਖਿਆ ਸਗਲੀ ਤਜੀ। ਹੁਣ ਜਿਹੜਾ ਵੈਰਾਗ ਧਾਰਨ ਕਰਕੇ ਜੰਗਲਾਂ ਦੇ ਵਿੱਚ ਜਾਂ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਚਲਾ ਗਿਆ ਹੈ ਨਾ, ਸਤਿਗੁਰੂ ਜੀ ਉਹਨਾਂ ਦੀ ਅਸਲੀਅਤ ਵੀ ਬਿਆਨ ਕਰਦੇ ਨੇ। ਕਿਤੇ ਬਾਣੀ ਪੜ੍ਹੋ, ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਤੂੰ ਪਹਿਰਾਵਾ ਤਾਂ ਧਾਰਨ ਕਰ ਲਿਆ, ਪਰ ਯਾਦ ਰੱਖੀ ਜਿਸ ਮਨ ਨੂੰ ਟਿਕਾਉਣ ਵਾਸਤੇ ਤੂੰ ਪਰਿਵਾਰ ਦਾ ਤਿਆਗ ਕੀਤਾ, ਜੰਗਲ ਦੇ ਵਿੱਚ ਆਣ ਕੇ ਰਹਿਣਾ ਸ਼ੁਰੂ ਕਰ ਦਿੱਤਾ, ਸਰੀਰ ਦੇ ਉੱਤੇ ਸਵਾਹ ਮਲਣੀ ਸ਼ੁਰੂ ਕਰ ਦਿੱਤੀ, ਦਰਖਤਾਂ ਦੇ ਨਾਲ ਪੁੱਠਾ ਲਟਕਣਾ ਸ਼ੁਰੂ ਕਰ ਦਿੱਤਾ, ਸਤਿਗੁਰੂ ਜੀ ਕਹਿੰਦੇ ਉਹ ਮਨ ਇਹਨਾਂ ਕਰਮਾਂ ਦੇ ਨਾਲ ਟਿਕਾ ਦੇ ਵਿੱਚ ਆਉਣ ਵਾਲਾ ਹੈ ਹੀ ਨਹੀਂ। ਇਹ ਮਨ ਜੰਗਲ ਦੇ ਵਿੱਚ ਆ ਕੇ ਵੀ ਅਜੇ ਵੀ ਸੰਸਾਰ ਵੱਲ ਦੌੜਦਾ ਪਿਆ ਹੈ। ਤੇ ਜੇਕਰ ਸੰਸਾਰ ਵੱਲ ਦੌੜਦਾ ਪਿਆ ਹੈ ਤੇ ਸਤਿਗੁਰੂ ਜੀ ਕਹਿੰਦੇ ਇਹਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਤੇਰੇ ਅੰਦਰ ਅਜੇ ਬੈਰਾਗ ਉਤਪੰਨ ਹੋਇਆ ਹੀ ਨਹੀਂ। ਕੇਵਲ ਤੂੰ ਲੋਕ ਵਿਖਾਵੇ ਮਾਤਰ ਬੈਰਾਗੀ ਬਣ ਗਿਆ ਹੈ, ਪਰ ਅੰਦਰੋਂ ਤੂੰ ਅਜੇ ਵੀ ਬੈਰਾਗੀ ਬਣ ਨਹੀਂ ਪਾਇਆ। ਤੇ ਸਤਿਗੁਰਾਂ ਨੂੰ ਪੁੱਛੀਏ, ਪਾਤਸ਼ਾਹ ਜੀ ਕਿਵੇਂ ਬਣਿਆ ਜਾਏਗਾ? ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਹਦਾ ਇੱਕ ਸਿੱਧਾ ਜਿਹਾ, ਇੱਕ ਬੜਾ ਈਜ਼ੀ ਵੇ ਹੈ ਕਿ ਕਹਿੰਦੇ ਤੂੰ ਇੱਦਾਂ ਕਰ, ਗੁਰੂ ਦੀ ਸ਼ਰਨ ਵਿੱਚ ਆ। ਕਿਤੇ ਟਾਈਮ ਲੱਗੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਇੱਕ ਵਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਵਡਹੰਸ ਕੀ ਵਾਰ ਮਹੱਲਾ ਚੌਥਾ। ਵਡਹੰਸ ਕੀ ਵਾਰ ਪੜ੍ਹਿਓ। ਇਸ ਵਾਰ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਦੀ ਬੜੀ ਵਡਿਆਈ ਕੀਤੀ ਹੈ। ਯਾਦ ਰਹੇ 22 ਵਾਰਾਂ ਨੇ ਟੋਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਤੇ ਉਹਨਾਂ 22 ਵਾਰਾਂ ਦੇ ਵਿੱਚੋਂ 22 ਟੋਟਲ ਵਾਰ ਜਿਹੜੀਆਂ ਨੇ ਵਾਰਾਂ ਨੇ ਉਹ 22 ਨੇ। ਉਹਨਾਂ 22 ਵਾਰਾਂ ਦੇ ਵਿੱਚੋਂ ਵੀ 20 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਸ਼ਲੋਕ ਐਡ ਕੀਤੇ ਹੋਏ ਨੇ। ਸਾਧ ਸੰਗਤ ਜਾਣਕਾਰੀ ਲਈ ਇਹਨੂੰ ਕਿਤੇ ਆਪਣੇ ਜ਼ਿਹਨ ਦੇ ਵਿੱਚ, ਆਪਣੀ ਮੈਮਰੀ ਦੇ ਵਿੱਚ ਆਪਾਂ ਵਸਾ ਲਈਏ, ਕਿਉਂਕਿ ਇਹ ਇੱਕ ਬੇਸਿਕ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਸਿੱਖ ਕਹਾਉਂਦੇ ਹਾਂ, ਸਤਿਗੁਰਾਂ ਦੇ ਸਨਮੁਖ ਆ ਕੇ ਨਤਮਸਤਕ ਹੁੰਦੇ ਹਾਂ। 22 ਵਾਰਾਂ ਨੇ ਟੋਟਲ ਗੁਰੂ ਗ੍ਰੰਥ ਸਾਹਿਬ 'ਚ। 20 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਨਾਲ ਸ਼ਲੋਕ ਐਡ ਨੇ। 2 ਵਾਰਾਂ ਉਹਨਾਂ ਦੇ ਨਾਲ ਸ਼ਲੋਕ ਨਹੀਂ, ਕੇਵਲ ਪੌੜੀਆਂ ਨੇ। ਤੇ ਜਿਹੜਾ ਵਾਰ ਦਾ ਓਰੀਜਨਲ ਸਰੂਪ ਹੈ, ਓਰੀਜਨਲ ਫਾਰਮ ਹੈ ਨਾ ਜਿਹੜੀ ਵਾਰ ਦੀ, ਉਹ ਕੇਵਲ ਪੌੜੀਆਂ ਹੁੰਦੀਆਂ ਨੇ। ਸ਼ਲੋਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਅਦ ਵਿੱਚ ਐਡ ਕਰਵਾਏ। ਵਡਹੰਸ ਕੀ ਵਾਰ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ, ਸ਼ਲੋਕ ਗੁਰੂ ਅਮਰਦਾਸ ਜੀ ਦੇ ਵੀ ਆਏ ਨੇ, ਗੁਰੂ ਅਰਜਨ ਸਾਹਿਬ ਦੇ ਵੀ ਆਏ ਨੇ, ਹੋਰ ਬਾਕੀ ਗੁਰੂ ਸਾਹਿਬਾਨਾਂ ਦੇ ਵੀ ਆਏ ਨੇ, ਪਰ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ।
ਤੇ ਸਤਿਗੁਰੂ ਜੀ ਕੀ ਕਹਿੰਦੇ ਪੌੜੀਆਂ 'ਚ? ਬੜੀ ਵਡਿਆਈ ਕੀਤੀ ਗੁਰੂ ਦੀ, ਬੜੀ ਉਪਮਾ ਕੀਤੀ ਗੁਰੂ ਦੀ। ਕਿਉਂ ਕੀਤੀ? ਰੀਜ਼ਨ ਇਹਦਾ ਇਹੀ ਹੈ ਕਿ ਜੀ ਗੁਰੂ ਰਾਮਦਾਸ ਮਹਾਰਾਜ ਵਡਿਆਈ ਕਰਦੇ ਹੋਏ ਪਤਾ ਕੀ ਕਹਿੰਦੇ? ਸਤਿਗੁਰੂ ਜੀ ਕਹਿੰਦੇ ਕਿ ਇਹ ਦੁਨੀਆ ਦੇ ਲੋਗੋ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਜੁੜ ਜਾਓ। ਤਿਸ ਗੁਰ ਕੀ ਸਭ ਪੱਗੀ ਪਵੋ। ਤਿਸ ਗੁਰ ਕੀ, ਉਸ ਗੁਰੂ ਦੀ। ਪੱਗੀ ਦਾ ਮਤਲਬ ਹੁੰਦਾ ਜੀ ਚਰਨਾਂ ਦੇ ਵਿੱਚ ਆਣ ਕੇ ਨਤਮਸਤਕ ਹੋ ਜਾਣਾ, ਆਪਣਾ ਆਪਾ ਗੁਰੂ ਚਰਨਾਂ ਦੇ ਵਿੱਚ ਸਮਰਪਿਤ ਕਰ ਦੇਣਾ। ਤਿਸ ਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ। ਜੇਕਰ ਤੂੰ ਸਹੀ ਅਰਥਾਂ 'ਚ ਬੈਰਾਗੀ ਬਣਨਾ ਚਾਹੁੰਦਾ ਹੈ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਝੁਕ, ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪ ਸਮਰਪਿਤ ਕਰ ਦੇ ਜੇ ਬੈਰਾਗੀ ਬਣਨਾ ਹੈ। ਜੇਕਰ ਤੇਰੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਮੈਂ ਬੈਰਾਗੀ ਬਣਾ, ਜਿਸ ਬੈਰਾਗੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਇਆ ਹੈ, ਤੇ ਸਤਿਗੁਰੂ ਜੀ ਕਹਿੰਦੇ ਫਿਰ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾ, ਗੁਰੂ ਦੇ ਚਰਨਾਂ ਦੇ ਵਿੱਚ ਝੁਕ ਜਾ। ਤਿਸ ਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ। ਅੰਦਰੋਂ ਸਭ ਕੁਝ ਖਤਮ ਕਰ ਦਿੱਤਾ, ਵਿਖਿਆ ਖਤਮ ਕਰ ਦਿੱਤੀ ਹੈ, ਅਟੈਚਮੈਂਟ ਖਤਮ ਕਰ ਦਿੱਤੀ ਹੈ, ਅਗਿਆਨਤਾ ਦਾ ਹਨੇਰਾ ਗੁਰੂ ਨੇ ਖਤਮ ਕਰ ਦਿੱਤਾ ਹੈ। ਤੇ ਨਾਲ ਕੀ ਸਤਿਗੁਰੂ ਜੀ ਕਹਿੰਦੇ ਫਿਰ ਉਸ ਗੁਰੂ ਦੀ ਵਡਿਆਈ ਕਰੋ। ਕਿਹਦੀ ਜੀ? ਜਿਸ ਗੁਰੂ ਨੇ, ਸਤਿਗੁਰੂ ਜੀ ਕਹਿੰਦੇ ਤਿਸ ਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ। ਸਾਰੇ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਕਿ ਸਾਰੇ ਤੁਸੀਂ ਗੁਰੂ ਨੂੰ ਧੰਨ ਧੰਨ ਕਹੋ। ਕਿਉਂ? ਕਿਉਂਕਿ ਜਿਸ ਨੇ ਹਰ ਭਗਤ ਭੰਡਾਰ ਲਹਾਇਆ। ਕਿਉਂਕਿ ਗੁਰੂ ਨੇ ਕਿਰਪਾ ਕਰਕੇ ਭਗਤੀ ਦਾ ਭੰਡਾਰਾ ਤੁਹਾਡੀ ਝੋਲੀ ਦੇ ਵਿੱਚ ਪਾ ਦਿੱਤਾ। ਕਿਉਂਕਿ ਗੁਰੂ ਨੇ ਕਿਰਪਾ ਕਰਕੇ ਤੁਹਾਡੇ ਅੰਦਰ ਨਾਮ ਨੂੰ ਦ੍ਰਿੜ ਕਰ ਦਿੱਤਾ। ਗੁਰੂ ਨੇ ਕਿਰਪਾ ਕਰਕੇ ਸੰਸਾਰ ਦੀ ਮਾਇਆ ਦੇ ਨਾਲੋਂ, ਵਿਖਿਆ ਦੇ ਨਾਲੋਂ ਡਿਟੈਚ ਕਰਕੇ ਉਹਦੇ ਨਾਮ ਦੇ ਨਾਲ ਅਟੈਚ ਕਰ ਦਿੱਤਾ। ਇਸ ਕਰਕੇ ਉਹਨੂੰ ਧੰਨ ਕਹੋ। ਤੇ ਐਵੇਂ ਨਹੀਂ, ਗੁਰੂ ਸਾਹਿਬ ਨੇ ਵਾਰ-ਵਾਰ ਕਹਿ ਦਿੱਤਾ ਕਿ ਗੁਰੂ ਦੀ ਸ਼ਰਨ ਵਿੱਚ ਆ, ਕਿਉਂਕਿ ਗੁਰੂ ਹੀ ਕਿਰਪਾ ਕਰਕੇ ਇਨਸਾਨ ਨੂੰ ਮਾਇਆ ਦੇ ਮੋਹ ਦੇ ਨਾਲੋਂ ਤੋੜ ਕੇ ਪਰਮਾਤਮਾ ਦੇ ਨਾਲ ਜੋੜਦਾ ਹੈ। ਕਿਆ ਬਾਤ ਸੀ ਗੁਰੂ ਨਾਨਕ ਸਾਹਿਬ ਦੀ। ਬਾਬਾ ਨਾਨਕ ਜੀ ਗਏ ਤੁਲੰਬਾ, ਸੱਜਣ ਠੱਗ ਦੀ ਸਾਖੀ ਤੁਸੀਂ ਸਾਰਿਆਂ ਨੇ ਸੁਣੀ। ਹੁਣ ਜੇ ਭੇਖ ਦੀ, ਪਹਿਰਾਵੇ ਦੀ ਗੱਲ ਕਰੀਏ ਤੇ ਸੱਜਣ ਠੱਗ ਨੂੰ ਕੌਣ ਪਹਿਚਾਣ ਸਕਦਾ ਸੀ? ਜਿਸ ਤਰ੍ਹਾਂ ਦੇ ਉਹਦੇ ਕਰਮ ਸੀ, ਜਿਸ ਤਰ੍ਹਾਂ ਉਹ ਬਾਹਰੋਂ ਆਪਣੇ ਆਪ ਨੂੰ ਪੇਸ਼ ਕਰਦਾ ਸੀ, ਜਿਸ ਤਰ੍ਹਾਂ ਦੀ ਉਹਦੀ ਬਾਹਰਲੀ ਅਪੀਅਰੈਂਸ ਸੀ, ਜਿਸ ਤਰ੍ਹਾਂ ਦੀ ਉਹਦੀ ਸ਼ਬਦਾਵਲੀ ਸੀ, ਕੌਣ ਪਹਿਚਾਣ ਸਕਦਾ ਸੀ ਉਸ ਨੂੰ ਕਿ ਇਹ ਬੰਦਾ ਅੰਦਰੋਂ ਕਿਸ ਤਰ੍ਹਾਂ ਦਾ ਹੋ ਸਕਦਾ ਹੈ? ਪਰ ਜਦੋਂ ਬਾਬਾ ਨਾਨਕ ਜੀ ਗਏ ਤੇ ਸਤਿਗੁਰਾਂ ਨੇ ਉੱਥੇ ਸੱਜਣ ਠੱਗ ਨੂੰ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਸੱਜਣਾ ਸੱਜਣ ਬਣ। ਤੇ ਉਹ ਸੱਜਣ ਬਣਿਆ। ਗੁਰੂ ਨੇ ਕਿਰਪਾ ਕੀਤੀ। ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਝੁਕਿਆ ਸੱਜਣ, ਤੇ ਸਤਿਗੁਰਾਂ ਨੇ ਉਹਦੇ ਜੀਵਨ ਨੂੰ ਟੋਟਲੀ ਚੇਂਜ ਕਰਕੇ ਰੱਖ ਦਿੱਤਾ। ਜਿਹੜਾ ਸੱਜਣ ਬਾਹਰੋਂ ਧਰਮੀ ਬਣ ਕੇ ਲੋਕਾਂ ਨੂੰ ਠੱਗਦਾ ਪਿਆ ਸੀ, ਉਹ ਹੁਣ ਅੰਦਰੋਂ ਵੀ ਪੂਰੀ ਤਰ੍ਹਾਂ ਸੱਜਣ ਬਣ ਕੇ ਲੋਕਾਂ ਦੀ ਸੇਵਾ ਕਰਦਾ ਪਿਆ ਹੈ। ਗੁਰੂ ਦੀ ਇਹ ਖਾਸੀਅਤ ਹੈ। ਗੁਰੂ ਕਿਰਪਾ ਕਰਕੇ ਇਨਸਾਨ ਨੂੰ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਤੇ ਉਹਦਾ ਬਾਹਰਲਾ ਵਿਖਾਵਾ ਖਤਮ ਕਰ ਦਿੰਦਾ ਹੈ। ਫਿਰ ਉਹ ਦੁਨੀਆ ਦੇ ਲੋਕ ਉਹਦੇ ਬਾਰੇ ਕੀ ਕਹਿੰਦੇ ਨੇ, ਉਹਨੂੰ ਫਰਕ ਕੋਈ ਨਹੀਂ ਜੇ ਪੈਂਦਾ। ਕਿਉਂ? ਕਿਉਂਕਿ ਉਹ ਅੰਦਰੋਂ ਪਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਜੁੜ ਚੁੱਕਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਰੋਜ਼ਾਨਾ ਹੀ। ਕਈ ਐਸੇ ਵੀ ਪ੍ਰੇਮੀ ਨੇ ਜਿਹੜੇ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਣਗੇ ਜਾਂ ਸਰਵਣ ਕਰਦੇ ਹੋਣਗੇ। ਤੇ ਜੇਕਰ ਕਰਦੇ ਆ ਤੇ ਸਤਿਗੁਰਾਂ ਦੇ ਬਚਨ ਆਪਾਂ ਇਹ ਰੋਜ਼ਾਨਾ ਹੀ ਪੜ੍ਹ ਕੇ ਜਾਂਦੇ ਹਾਂ ਕਿ ਸਤਿਗੁਰੂ ਜੀ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ। ਬਚਨ ਸੁਣੋ, ਜਾਨਨ ਹਾਰ ਪ੍ਰਭੂ ਪਰਬੀਨ। ਸਤਿਗੁਰੂ ਜੀ ਕਹਿੰਦੇ ਵਿਖਾਵਾ ਤੂੰ ਲੋਕਾਂ ਨੂੰ ਦਿਖਾ ਸਕਦਾ ਹੈ, ਬਾਹਰੋਂ ਧਰਮੀ ਬਣ ਕੇ ਲੋਕਾਂ ਨੂੰ ਭਰਮਾ ਸਕਦਾ ਹੈ, ਪਰ ਯਾਦ ਰੱਖੀ ਉਹ ਪਰਮਾਤਮਾ ਤੇਰੇ ਅੰਦਰ ਨੂੰ ਜਾਣਦਾ ਹੈ। ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂ ਪੀਣ। ਪਰਮਾਤਮਾ ਤੇਰੇ ਬਾਹਰਲੇ ਪਹਿਰਾਵੇ ਤੇ ਨਹੀਂ ਭਿੱਜੇਗਾ। ਤੂੰ ਲੋਕਾਂ ਦੀ ਨਜ਼ਰ ਦੇ ਵਿੱਚ ਬੈਰਾਗੀ ਬਣ ਸਕਦਾ ਹੈ, ਆਪਣੇ ਆਪ ਨੂੰ ਕਹਾ ਸਕਦਾ ਹੈ, ਪਰ ਯਾਦ ਰੱਖੀ ਪਰਮਾਤਮਾ ਦੀ ਨਜ਼ਰ ਦੇ ਵਿੱਚ ਤੇਰੇ ਸਾਰੇ ਹੀ ਪਾਜ ਉਗੜ ਜਾਣਗੇ। ਯਾਦ ਰੱਖੇ ਸਾਧ ਸੰਗਤ,
ਗੁਰੂ ਜਿਹੜਾ ਹੈ ਨਾ, ਜੇਕਰ ਆਪਾਂ ਗੁਰੂ ਨੂੰ ਸ਼ੀਸ਼ਾ ਕਹਿ ਲਈਏ, ਮਿਰਰ ਕਹਿ ਲਈਏ, ਤੇ ਮੇਰੇ ਖਿਆਲ ਦੇ ਵਿੱਚ ਹੈ ਕਿ ਕੋਈ ਅਤਕਥਨੀ ਨਹੀਂ ਹੋਏਗੀ, ਕੁਛ ਮਾੜਾ ਨਹੀਂ ਹੋਏਗਾ ਜੇਕਰ ਆਪਾਂ ਕਹਿ ਦਈਏ ਕਿ ਗੁਰੂ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ। ਸ਼ੀਸ਼ਾ, ਮਿਰਰ, ਤੁਸੀਂ ਸਾਰੇ ਘਰਾਂ ਤੋਂ ਤਿਆਰ ਹੋ ਕੇ ਆਏ ਹੋ। ਤਿਆਰ ਹੋਣ ਦੇ ਲਈ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਸ਼ੀਸ਼ੇ ਦੀ ਬਹੁਤ ਜ਼ਰੂਰਤ ਹੈ, ਮਿਰਰ ਦੀ ਬਹੁਤ ਜ਼ਰੂਰਤ ਹੈ। ਹਰ ਕੋਈ ਸ਼ੀਸ਼ੇ ਦੇ ਸਾਹਮਣੇ ਖੜਾ ਹੋ ਕੇ ਆਪਣੇ ਆਪ ਨੂੰ ਦੇਖਦਾ ਹੈ ਤੇ ਤਿਆਰ ਹੁੰਦਾ ਹੈ। ਜੇ ਸਾਡੇ ਚਿਹਰੇ ਦੇ ਉੱਤੇ ਕੋਈ ਦਾਗ ਲੱਗਾ ਹੋਇਆ ਹੈ, ਕੋਈ ਸਪੌਟ ਹੈ, ਕੋਈ ਕਾਲਖ ਲੱਗੀ ਹੈ, ਜਾਂ ਕੁਝ ਵੀ ਚਿਹਰੇ ਦੇ ਉੱਤੇ ਲੱਗਾ ਹੋਇਆ ਹੈ, ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਾਂਗੇ ਤੇ ਪਤਾ ਲੱਗ ਜਾਏਗਾ। ਫਿਰ ਟਿਸ਼ੂ ਲੈ ਕੇ ਜਾਂ ਪਾਣੀ ਦੇ ਨਾਲ ਜਾਂ ਕਿਸੇ ਕੱਪੜੇ ਦੇ ਨਾਲ ਉਸ ਨੂੰ ਸਾਫ਼ ਕਰ ਲਵਾਂਗੇ, ਕਿਉਂਕਿ ਚਿਹਰਾ ਆਪਣੇ ਆਪ ਨੂੰ ਨਹੀਂ ਦੇਖ ਸਕਦਾ। ਇਹਨਾਂ ਅੱਖਾਂ ਦੇ ਰਾਹੀਂ ਆਪਣੇ ਚਿਹਰੇ ਨੂੰ ਅਸੀਂ ਨਹੀਂ ਦੇਖ ਸਕਦੇ ਜਦੋਂ ਤੱਕ ਸ਼ੀਸ਼ੇ ਦੇ ਮਿਰਰ ਦੇ ਸਾਹਮਣੇ ਨਹੀਂ ਹੋਵਾਂਗੇ। ਅਸੀਂ ਅੰਦਰੋਂ ਕਿਸ ਤਰ੍ਹਾਂ ਦੇ ਹਾਂ ਸਾਨੂੰ ਪਤਾ ਹੈ, ਪਰ ਫਿਰ ਵੀ ਦੁਨੀਆ ਦੇ ਵਿੱਚ ਅਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਮੇਰੇ ਵਰਗਾ ਧਰਮੀ ਬੰਦਾ ਹੀ ਦੁਨੀਆ ਦੇ ਵਿੱਚ ਕੋਈ ਨਹੀਂ। ਪਰ ਜਦੋਂ ਆਪਾਂ ਗੁਰੂ ਦੇ ਸਾਹਮਣੇ ਆ ਕੇ ਖੜੇ ਹੁੰਦੇ ਆ ਨਾ, ਫਿਰ ਸਤਿਗੁਰੂ ਜੀ ਸਾਡੇ ਸਾਹਮਣੇ ਸ਼ੀਸ਼ਾ ਕਰਦੇ ਨੇ। ਫਿਰ ਉਸ ਸ਼ੀਸ਼ੇ ਦੇ ਵਿੱਚੋਂ ਸਾਨੂੰ ਆਪਣਾ ਆਪ ਨਜ਼ਰ ਆਉਂਦਾ ਹੈ, ਤੇ ਫਿਰ ਇੱਥੇ ਆਣ ਕੇ ਸਾਡਾ ਸੀਸ ਜਿਹੜਾ ਹੈ ਨਾ, ਉਹ ਸ਼ਰਮ ਦੇ ਨਾਲ ਝੁਕਦਾ ਵੀ ਹੋਏਗਾ। ਜੇਕਰ ਅੰਦਰੋਂ ਅਸੀਂ ਕੁਝ ਹੋਰ ਹੋਵਾਂਗੇ, ਬਾਹਰੋਂ ਕੁਝ ਹੋਰ ਬਣਨ ਦੀ ਕੋਸ਼ਿਸ਼ ਕਰਦੇ ਹੋਵਾਂਗੇ ਨਾ, ਫਿਰ ਗੁਰੂ ਦੇ ਸਾਹਮਣੇ ਆ ਕੇ ਸਾਡਾ ਸਿਰ ਇੱਕ ਵਾਰ ਸ਼ਰਮ ਦੇ ਨਾਲ ਜ਼ਰੂਰ ਝੁਕਦਾ ਹੋਏਗਾ। ਕਿਉਂ ਜੀ? ਕਿਉਂਕਿ ਗੁਰੂ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ। ਗੁਰੂ ਨੇ ਸਾਡੇ ਅੰਦਰ ਨੂੰ ਦਿਖਾ ਦੇਣਾ ਹੈ ਕਿ ਭਲਿਆ ਭਾਵੇਂ ਤੂੰ ਬਾਹਰੋਂ ਬੜਾ ਲਿਸ਼ਕਦਾ ਪਿਆ ਹੈ, ਬਾਹਰੋਂ ਤੂੰ ਬੜਾ ਸਾਫ਼ ਨਜ਼ਰ ਆਉਂਦਾ ਪਿਆ ਹੈ, ਪਰ ਯਾਦ ਰੱਖੀ ਤੇਰੇ ਅੰਦਰ ਇਹ ਗੰਦਗੀ ਵੀ ਭਰੀ ਪਈ ਹੈ, ਜਿਸ ਗੰਦਗੀ ਨੂੰ ਤੂੰ ਇਸ ਬਾਹਰਲੇ ਪਹਿਰਾਵੇ ਦੇ ਨਾਲ ਢੱਕਿਆ ਹੋਇਆ ਹੈ। ਤੇ ਸਤਿਗੁਰੂ ਜੀ ਜਦੋਂ ਫਿਰ ਉਹਦੀ ਸ਼ਰਨ ਦੇ ਵਿੱਚ ਆ ਜਾਵਾਂਗੇ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਫਿਰ ਤੈਨੂੰ ਗੁਰੂ ਇੱਕ ਕਰ ਦੇਗਾ। ਇੱਕ ਦਾ ਭਾਵ ਸਮਝਿਓ ਥੋੜਾ ਜਿਹਾ, ਹਰ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਮੋਸਟਲੀ ਦੋ ਤਰ੍ਹਾਂ ਦਾ ਜੀਵਨ ਜਿਉਂਦਾ ਹੈ। ਵੈਸੇ ਜੀਵਨ ਤੇ ਕਈ ਤਰ੍ਹਾਂ ਦਾ ਜੀਵ ਰਿਹਾ ਹੈ, ਪਰ ਮੇਨ ਤੌਰ ਤੇ ਗੱਲ ਕਰੀਏ ਤੇ ਦੋ ਤਰ੍ਹਾਂ ਦਾ ਜੀਵਨ ਜਿਉਂਦਾ ਹੈ। ਉਹ ਦੋ ਤਰ੍ਹਾਂ ਦਾ ਜੀਵਨ ਕਿਹੜਾ ਹੈ? ਇਨਸਾਨ ਬਾਹਰੋਂ ਕੁਝ ਹੋਰ ਨਜ਼ਰ ਆ ਰਿਹਾ ਹੈ ਤੇ ਅੰਦਰੋਂ ਕੁਝ ਹੋਰ ਹੈ। ਬਾਹਰਲਾ ਜੀਵਨ ਕੁਝ ਹੋਰ ਹੈ, ਅੰਦਰਲਾ ਜੀਵਨ ਕੁਝ ਹੋਰ ਹੈ। ਤੇ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ ਨਾ, ਫਿਰ ਗੁਰੂ ਨੇ ਸਾਡੇ ਦੋਨਾਂ ਜੀਵਨਾਂ ਨੂੰ ਖਤਮ ਕਰਕੇ ਇੱਕ ਜੀਵਨ ਬਣਾ ਦੇਣਾ ਹੈ। ਜਿਹੜਾ ਬਾਹਰੋਂ ਬਣਨ ਦੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ, ਲੋਕਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ ਨਾ, ਗੁਰੂ ਨੇ ਸਾਨੂੰ ਉਹ ਜੀਵਨ ਅੰਦਰੋਂ ਬਣਾ ਦੇਣਾ ਹੈ। ਉਹੋ ਜਿਹਾ ਸਾਨੂੰ ਅੰਦਰੋਂ ਬਣਾ ਦੇਣਾ ਹੈ ਗੁਰੂ ਨੇ ਰਹਿਮਤ ਕਰਕੇ। ਤੇ ਪਾਤਸ਼ਾਹ ਜੀ ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਭਲਿਓ ਅਸਲ ਦੇ ਵਿੱਚ ਬੈਰਾਗੀ ਹਰ ਇੱਕ ਨੂੰ ਬਣਨਾ ਚਾਹੀਦਾ ਹੈ। ਹਰ ਇੱਕ ਇਨਸਾਨ ਬੈਰਾਗੀ ਬਣ ਸਕਦਾ ਹੈ। ਬਣੇਗਾ ਤਾਂ ਜੇਕਰ ਪਹਿਲਾਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏ। ਗੁਰੂ ਦੀ ਸ਼ਰਨ ਵਿੱਚ ਆਏਗਾ ਤੇ ਫਿਰ ਕੀ ਹੋਏਗਾ ਜੀ? ਜਿਹੜਾ ਵੀ ਬਾਹਰਲਾ ਸਾਡਾ ਵਿਖਾਵੇ ਵਾਲਾ ਜੀਵਨ ਹੈ, ਜਿਸ ਨੂੰ ਭਗਤ ਕਬੀਰ ਜੀ ਨੇ ਆਸਾ ਰਾਗ ਦੇ ਵਿੱਚ ਇਸ ਤਰ੍ਹਾਂ ਵੀ ਕਿਹਾ, ਕਿਤੇ ਬਚਨ ਪੜ੍ਹਿਓ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਦੇ, ਕਹਿੰਦੇ ਮਾਥੈ ਤਿਲਕ ਹੱਥ ਮਾਲਾ ਬਾਨਾ। ਮੱਥੇ ਦੇ ਉੱਤੇ ਤਿਲਕ ਵੀ ਲਗਾ ਲਿਆ, ਹੱਥ 'ਚ ਮਾਲਾ ਵੀ ਪਕੜ ਲਈ, ਬਾਨਾ ਦਾ ਮਤਲਬ ਹੈ ਪਹਿਰਾਵਾ, ਕਾਸਟਿਊਮ, ਉਹ ਵੀ ਪਹਿਨ ਲਿਆ। ਤੇ ਪਰ ਗੱਲ ਕੀ, ਜਿਸ ਇਨਸਾਨ ਨੇ ਆਪਣੇ ਆਪ ਨੂੰ ਧਰਮੀ ਬਣਾਉਣ ਦੇ ਲਈ ਪਹਿਰਾਵਾ ਧਾਰਨ ਕੀਤਾ ਹੋਇਆ, ਲੋਕਾਂ ਨੂੰ ਵਿਖਾਉਣ ਦੇ ਲਈ, ਭਗਤ ਕਬੀਰ ਜੀ ਕਹਿੰਦੇ ਨੇ ਉਹ ਇਨਸਾਨ ਦੀ ਨਜ਼ਰ ਦੇ ਵਿੱਚ ਰੱਬ ਦੀ ਕੀਮਤ ਕੀ ਹੈ? ਇੱਕ ਖਿਡੌਣਾ। ਲੋਗਣ ਰਾਮ ਖਿਲਾਉਣਾ ਜਾਣਾ। ਉਹ ਰੱਬ ਨੂੰ ਖਿਡੌਣਾ ਸਮਝਦਾ ਹੈ। ਕਿਉਂ ਜੀ? ਕਿਉਂਕਿ ਉਸ ਨੂੰ ਰੱਬ ਦੇ ਨਾਲ ਮਤਲਬ ਕੋਈ ਨਹੀਂ। ਮਤਲਬ ਸਿਰਫ ਇੰਨਾ ਹੈ ਕਿ ਮੈਂ ਉਹਦੇ ਨਾਂ ਦੇ ਉੱਤੇ ਲੋਕਾਂ ਨੂੰ ਠੱਗ ਸਕਾਂ, ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਕਿ ਭਾਈ ਤੂੰ ਸਹੀ ਅਰਥਾਂ ਦੇ ਵਿੱਚ ਬੈਰਾਗੀ ਬਣ। ਤੂੰ ਉਸ ਪ੍ਰਮਾਤਮਾ ਨੂੰ ਖਿਡੌਣਾ ਨਾ ਸਮਝ, ਉਹ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਤੂੰ ਖਿਡੌਣੇ ਤੋਂ ਵੀ ਨੀਵਾਂ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਪਹਿਰਾਵਾ ਛੱਡ ਕੇ ਉਸ ਅਕਾਲ ਪੁਰਖ ਦੀ ਯਾਦ ਵਿੱਚ ਜਿਹੜਾ ਵੀ ਜੁੜ ਗਿਆ। ਇੱਥੇ ਸਤਿਗੁਰਾਂ ਨੇ ਇਹ ਨਹੀਂ ਕਿਹਾ ਕਿ ਫਲਾਣਾ ਬੰਦਾ ਹੀ ਆਏਗਾ ਤੇ ਉਹ ਬੈਰਾਗੀ ਬਣੇਗਾ। ਲਫ਼ਜ਼ ਧਿਆਨ ਨਾਲ ਪੜ੍ਹਿਆ ਕਰੋ। ਪਾਤਸ਼ਾਹ ਜੀ ਕਹਿੰਦੇ ਜਿਹ ਦਾ ਮਤਲਬ ਹੈ ਜਿਸ ਨੇ ਵੀ, ਜੋ ਵੀ, ਕੋਈ ਵੀ ਹੋ ਸਕਦਾ ਹੈ, ਕੋਈ ਮਰਦ ਵੀ ਹੋ ਸਕਦਾ ਹੈ, ਕੋਈ ਔਰਤ ਵੀ ਹੋ ਸਕਦੀ ਹੈ,
ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋ ਸਕਦਾ ਹੈ। ਜਿਹ ਵਿਖਿਆ ਸਗਲੀ ਤਜੀ, ਜਿਸ ਨੇ ਸਾਰਾ ਜ਼ਹਿਰ ਛੱਡ ਦਿੱਤਾ। ਜ਼ਹਿਰ ਦਾ ਮਤਲਬ ਮਾਇਆ ਦਾ ਤਿਆਗ ਕਰ ਦਿੱਤਾ, ਵਿਖਾਵੇ ਦਾ ਤਿਆਗ ਕਰ ਦਿੱਤਾ। ਵਿਖਾਵਾ ਵੀ ਇੱਕ ਜ਼ਹਿਰ ਦੀ ਤਰ੍ਹਾਂ ਹੈ। ਵਿਖਾਵੇ ਦਾ ਤਿਆਗ ਕਰ ਦਿੱਤਾ। ਲਿਓ ਭੇਖ ਬੈਰਾਗ, ਉਸ ਨੇ ਅਸਲ ਦੇ ਵਿੱਚ ਬੈਰਾਗੀ ਪਹਿਰਾਵਾ ਧਾਰਨ ਕਰ ਲਿਆ। ਉਹ ਸਹੀ ਅਰਥਾਂ 'ਚ ਬੈਰਾਗੀ ਬਣ ਗਿਆ। ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੈ ਭਾਗ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਹੈ ਮੇਰੇ ਮਨਾ ਸੁਣ, ਜਿਹੜਾ ਇਸ ਕੈਟੇਗਰੀ ਦੇ ਵਿੱਚ ਆ ਗਿਆ ਉਹ ਇਨਸਾਨ ਵਡਭਾਗਾ ਹੈ। ਵਡਭਾਗਾ ਕੌਣ ਹੁੰਦਾ ਹੈ? ਇਹਦੀਆਂ ਹਰ ਇੱਕ ਇਨਸਾਨ ਦੀਆਂ ਆਪਣੀਆਂ ਆਪਣੀਆਂ ਡੈਫੀਨੇਸ਼ਨਸ ਨੇ, ਪਰ ਗੁਰੂ ਦੀ ਨਜ਼ਰ ਦੇ ਵਿੱਚ ਵਡਭਾਗਾ ਕੌਣ ਹੈ? ਜਿਸ ਨੇ ਇਸ ਮੈਥਡ ਨੂੰ ਅਪਣਾ ਲਿਆ, ਜਿਹੜਾ ਇਸ ਕੈਟੇਗਰੀ ਦੇ ਵਿੱਚ ਆ ਗਿਆ। ਸਤਿਗੁਰੂ ਜੀ ਕਹਿੰਦੇ ਉਹ ਵਡਭਾਗਾ ਹੈ। ਗੁਰੂ ਰਹਿਮਤ ਕਰਨ, ਕਿਤੇ ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਸਾਡੇ ਅੰਦਰ ਵਸ ਜਾਏ। ਸਾਡਾ ਜੀਵਨ ਵੀ ਕਿਤੇ ਅੰਦਰੋਂ ਤੇ ਬਾਹਰੋਂ ਇੱਕ ਹੋ ਸਕੇ। ਦੋਹਰੇ ਜੀਵਨ ਨੂੰ ਤਿਆਗ ਕੇ ਇੱਕ ਜੀਵਨ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ। ਹੋਈਆਂ ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।